ਜਦੋਂ ਜਪਜੀ ਸਾਹਿਬ ਸੁਣਨ ਦੀ ਆਦਤ ਬਣ ਗਈ ਨਾ ਤੁਹਾਡੀ, ਸੁਣੀ ਗਏ, ਫਿਰ ਭਾਵੇਂ 10 ਕਰੋ, 20 ਕਰੋ, 50 ਕਰੋ, ਸਹਿਜ ਪਾਠ ਕਰੋ, ਸੁਖਮਨੀ ਸਾਹਿਬ ਕਰੋ, ਫਿਰ ਤੁਸੀਂ ਜਿੰਨਾ ਸਾਰੀ ਰਾਤ ਕੀਰਤਨ ਸੁਣੀ ਜਾਓ। ਕਹਿੰਦੇ ਰੈਣ ਸਬਾਈ 'ਚ ਬੰਦਾ ਥੱਕ ਜਾਂਦਾ, ਕਈ ਕਹਿੰਦੇ ਥੱਕ ਜਾਂਦੇ। ਮੈਂ ਜੇ ਸ਼ਬਦ ਨੂੰ ਸੁਣੋ ਨਾ, ਸਾਰੀ ਰਾਤ ਐਂ ਲੰਘਦੀ ਜਿਵੇਂ 1 ਮਿੰਟ ਹੀ ਹੋਇਆ ਹੁੰਦਾ। ਮਨ ਜੁੜ ਜੇ ਤਾਂ 100 ਪਾਠ ਵੀ ਕੋਈ ਔਖਾ ਨਹੀਂ। ਮਨ ਨਾ ਜੁੜੇ ਤਾਂ ਇੱਕ ਜਪਜੀ ਸਾਹਿਬ 'ਚ ਹੀ ਬੰਦਾ ਇੱਧਰ ਹਿੱਲ ਇੱਧਰ ਹਿੱਲ, ਇੱਕ ਜਪਜੀ ਸਾਹਿਬ ਹੀ ਔਖਾ ਲੱਗਦਾ ਬੰਦੇ ਨੂੰ। ਇਸ ਕਰਕੇ ਮਨ ਨੂੰ ਜੇ ਜੋੜ ਕੇ ਪਾਠ ਕਰੋਗੇ, ਜੇ ਗੁਰਬਾਣੀ ਨੂੰ ਗੁਰੂ ਸਾਹਿਬ ਨਾਲ ਚਿੱਤ ਜੋੜੋਗੇ, ਸ਼ਬਦ ਨਾਲ ਸੁਰਤ ਜੋੜ ਕੇ ਰੱਖੋਗੇ। ਮਹਾਰਾਜ ਜੀ ਕੀਰਤਨ ਵੇਲੇ ਵੀ ਸੁਰਤ ਜੋੜਿਆ ਕਰੋ। ਮੈਂ ਇਹ ਕਹਿੰਦਾ ਵੀ ਕੰਮ ਤਾਂ ਸੌਖਾ ਜਿਹਾ ਸੀ, ਪਰ ਤੁਸੀਂ ਨਾ ਬਹੁਤ ਇਹਨੂੰ ਔਖਾ ਜਾਣ ਕੇ ਬਣਾਇਆ। ਬਹਾਨੇਬਾਜ਼ੀ ਬਹੁਤ ਆ ਤੁਹਾਡੇ ਕੋਲ, ਟਾਈਮ ਹੀ ਨਹੀਂ ਜੀ, ਟਾਈਮ ਹੀ ਨਹੀਂ ਜੀ। ਸਾਰਾ ਦਿਨ ਕਿੱਥੇ ਗਵਾਉਂਦੇ ਹੋ ਤੁਸੀਂ? ਸਾਰਾ ਦਿਨ ਗੱਲਾਂ ਬਾਤਾਂ, ਟੀਵੀ, ਅਖਬਾਰ, ਨਿੰਦਾ ਚੁਗਲੀ ਵਿੱਚ ਗਵਾਉਂਦੇ ਹੋ। ਆ WhatsApp ਦੇ ਉੱਤੇ ਬਹੁਤ ਸਾਰੇ ਬੰਦੇ ਉਹੀ ਲੱਗੇ ਰਹਿੰਦੇ ਖਾਮ ਖਾਈ। ਇਸ ਕਰਕੇ ਆਪਣਾ ਟਾਈਮ ਨਾ ਗਵਾਓ। ਬਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਲੋਕਾਂ ਦੇ ਮਾਲਕ, ਸ਼ਬਦ ਅਵਤਾਰ ਨੇ। ਮਹਾਰਾਜ ਦੇ ਕੋਲ ਆ ਕੇ ਚੌਰ ਸਾਹਿਬ ਕਰੋ, ਮੱਥਾ ਟੇਕਿਆ ਕਰੋ, ਬਾਣੀ ਪੜ੍ਹੋ, ਬਾਣੀ ਨੂੰ ਸੁਣੋ। ਕਈ ਵਾਰ ਮੈਂ ਹੁਣ ਇੰਨੀ ਪ੍ਰੈਕਟਿਸ ਕਰ ਚੁੱਕਿਆ ਇਸ ਚੀਜ਼ ਤੇ, ਕਈ ਵਾਰ ਤਾਂ ਇੱਕ ਪੰਕਤੀ ਨਾਲ ਹੀ ਮਨ ਟਿਕ ਜਾਂਦਾ। ਬਸ ਲੋੜ ਅੱਗੇ ਲੋੜ ਨਹੀਂ ਪੈਂਦੀ। ਕਈ ਵਾਰ ਮੈਂ ਪੜ੍ਹਦਾ ਜਾਂ ਰਾਤ ਨੂੰ ਸੋਹਲਾ ਸਾਹਿਬ ਮੈਂ ਇੱਕ ਅੱਖਰ ਬੋਲਦਾ ਨਾ, ਗੁਰ ਕਾ ਸ਼ਬਦ ਰਖਵਾਰੇ, ਬਸ ਇਹਦੋਂ ਅੱਗੇ ਕੀ ਕਹੀਏ ਹੁਣ। ਜਾਂ ਇੱਕ ਪੜ੍ਹਦੇ ਹੁੰਦੇ ਨਾਲ ਨਰੈਣ ਮੇਰਾ, ਫਿਰ ਤਾਂ ਅੰਡਰਸਟੂਡ ਹੀ ਆ ਵੀ ਜਮਦੂਤ ਨਾ ਆਵੇ ਨੇਰ। ਜਾਂ ਮੇਰੇ ਨਾਲ ਨਰੈਣ ਹੈ ਤਾਂ ਜਮਦੂਤ ਨੇ ਕੀ ਲੈਣ ਆਉਣਾ ਇੱਥੇ। ਕੰਠ ਲਾਏ ਪ੍ਰਭ ਰਾਖੈ, ਸਤਿਗੁਰੂ ਕੀ ਸਤ ਸਾਖੈ, ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਇੱਕ ਪੰਕਤੀ ਹੀ ਬਹੁਤ ਹੈ। ਆ ਬੜਿਆਂ ਨੂੰ ਮੈਂ ਇੱਕ ਪੰਕਤੀ ਹੀ ਕਰਾਈ ਹੈ। ਇਹ ਮੈਂ ਕਿਸੇ ਮਹਾਂਪੁਰਖ ਤੋਂ, ਬਾਬਾ ਓਂਕਾਰ ਸਿੰਘ ਜੀ ਮਹਿਤਪੁਰ ਲੱਧਣੀ ਵਾਲੇ ਮਹਾਂਪੁਰਖ ਹੋਏ ਨੇ। ਉਹ ਗੱਲ ਕੀ ਹੋਈ, ਬਾਬਾ ਜੀ ਕੋਲ ਇੱਕ ਬਜ਼ੁਰਗ ਆਇਆ, ਕਹਿੰਦੇ ਬਾਬਾ ਜੀ ਸਾਡੇ ਘਰ ਦੇ 'ਚ ਨਾ ਬੜੀਆਂ ਬਲਾਵਾਂ, ਛਾਇਆ ਛਪਾਇਆ ਜੇ, ਬਾਬਾ ਜੀ ਬੜੇ ਦੁਖੀ ਆ। ਕਹਿੰਦੇ ਪਾਠ ਕਰ ਚੌਪੀ ਸਾਹਿਬ ਦੇ। ਕਹਿੰਦੇ ਮਹਾਰਾਜ ਅਨਪੜ੍ਹ ਆ। ਕਹਿੰਦੇ ਮੂਲ ਮੰਤਰ ਕਰ, ਮੈਨੂੰ ਉਹ ਵੀ ਨਹੀਂ ਆਉਂਦਾ। ਬਾਬਾ ਜੀ ਕਹਿੰਦੇ ਚੱਲ ਤੈਨੂੰ ਮੈਂ ਇੱਕ ਤੁਕ ਯਾਦ ਕਰਾਉਣਾ, ਸਾਰਾ ਦਿਨ ਮੇਰੇ ਕੋਲ ਬਹਿ ਕੇ ਪੜ੍ਹੀ ਜਾ। ਕਹਿੰਦੇ ਕਹਿ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਕਰਦਾ ਰਹਿ। ਪਕਾਤੀ ਉਹਨੂੰ। ਉਹ 2-3 ਮਹੀਨੇ ਕਰਦਾ ਰਿਹਾ, ਫੇਰ ਆ ਗਿਆ। ਕਹਿੰਦੇ ਹੁਣ ਆ ਗਿਆ। ਕਹਿੰਦੇ ਬੜਾ ਕੋਈ ਰਹੀ ਨਹੀਂ, ਘਰ ਸਾਰਾ ਠੀਕ ਹੋ ਗਿਆ। ਇਹ ਮੈਨੂੰ ਆਪ ਲੋਕ ਆਏ ਕਹਿੰਦੇ ਨੇ, ਉਹਨਾਂ ਮਹਾਂਪੁਰਖਾਂ ਤੋਂ ਮੈਂ ਇਹ ਟ੍ਰਿਕ ਸਿੱਖਿਆ। ਪਟਿਆਲੇ ਇੱਕ ਮਾਤਾ ਆ ਗਈ ਧੂਰੀ ਦੇ ਇਲਾਕੇ ਦੀ, ਕਹਿੰਦੀ ਉਹਨਾਂ ਦੀ ਬੋਲੀ ਇੱਦਾਂ, ਬਾਬਾ। ਮੈਂ ਕਿਹਾ ਹਾਂ ਜੀ। ਘਰ ਵਾਲਾ ਵੀ ਪੀਂਦਾ, ਮੁੰਡਾ ਵੀ ਪੀਂਦਾ, ਕਿਵੇਂ ਹਟਾਵਾਂ? ਮੈਂ ਕਿਹਾ ਪਾਠ ਕਰ ਲੈ। ਮੈਂ ਅਨਪੜ੍ਹ ਹਾਂ। ਕਹਿੰਦੇ ਮੈਂ ਕਿਹਾ ਅੰਮ੍ਰਿਤ ਛਕ ਲਾਂਗੇ। ਅੰਮ੍ਰਿਤ ਕਿਵੇਂ ਛਕਾਂ? ਉਹ ਇਹੋ ਜਿਹੇ ਨੇ ਸਾਰੇ ਖਾਣ ਪੀਣ ਵਾਲੇ। ਮੈਂ ਕਿਹਾ ਚੱਲ ਤੈਨੂੰ ਪੰਕਤੀ ਯਾਦ ਕਰਾਉਣੇ। ਫਿਰ ਇੱਕ ਨਵੇਂ ਪਾਤਸ਼ਾਹ ਦੇ ਸਥਾਨ ਤੇ ਮੱਥਾ ਟੇਕ ਕੇ ਆਈ ਨਾ, ਉੱਥੇ ਉੱਤੇ ਲਿਖਿਆ, ਤੇਗ ਬਹਾਦਰ ਸਿਮਰਿਆ ਕਰਨਾ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਮੈਂ ਉਹਨੂੰ 15-20 ਵਾਰ ਪੜ੍ਹਾਈ, ਉਹਨੂੰ ਪੰਕਤੀ ਯਾਦ ਹੋ ਗਈ। ਕਹਿੰਦੀ ਹੋ ਗਈ ਯਾਦ। ਉਹ 2 ਮਹੀਨਿਆਂ 'ਚ ਫੇਰ ਆ ਗਈ ਮੇਰੇ ਕੋਲ। ਮਾਈ ਨੂੰ ਮੈਂ ਕਿਹਾ ਮਾਈ ਤੂੰ ਫੇਰ ਆ ਗਈ? ਕਹਿੰਦੀ ਉਹ ਤਾਂ ਸ਼ਰਾਬ ਛੱਡ ਕੇ ਦੋਵੇਂ, ਹੁਣ ਗਾਹਾਂ ਦੱਸ ਕੀ ਕਰਾਂ। ਮੈਂ ਕਿਹਾ ਇਹ, ਕਹਿੰਦੀ ਹੁਣ ਪੈਸੇ ਦੀ ਕਮੀ ਆ, ਇਹੀ ਕਰੀ ਜਾ। ਮੈਂ ਕਿਹਾ 9 ਨਿਧ ਆਵੈ ਧਾਏ ਹੋ ਜਾਣਾ ਘਰ 'ਚ, 9 ਨਿਧੀਆਂ ਤੇਰੇ ਘਰ 'ਚ ਆ ਜਾਣਗੀਆਂ। ਬਈ ਇੱਕ ਪੰਕਤੀ ਨਾਲ ਹੀ ਸਾਰਾ ਕੁਝ ਹੋ ਜਾਂਦਾ। ਆ ਕਈਆਂ ਨੂੰ ਮੈਂ ਕਰਾਈ, ਪ੍ਰਭ ਕੈ ਸਿਮਰਨ ਰਿੱਧ ਸਿੱਧ 9 ਨਿਧ ਬਸ। ਮੈਂ ਕਿਹਾ ਇਦੋਂ ਗਾਂ ਬਾਦੀ ਨਾ, ਜੇ ਮਾਇਆ ਦੀ ਤੈਨੂੰ ਤੋਟ ਆ। ਬੜੇ ਤੁਹਾਡੇ ਮਨ ਖੁਸ਼ ਹੁੰਦੇ ਆ, ਆ ਮਾਇਆ ਦੀ ਪੰਕਤੀ ਦੱਸੀ ਅੱਜ। ਨਹੀਂ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਇਹ ਨਾਲ ਰੱਖਣੀ ਆ। ਨਹੀਂ ਡੁੱਬ ਜਾਓਗੇ ਕੱਲੀ ਰਿੱਧ ਸਿੱਧ 9 ਦੇ, ਡੋਬ ਦੂਗੀ ਤੁਹਾਨੂੰ। ਪ੍ਰਭ ਕੈ ਸਿਮਰਨ ਗਿਆਨ ਧਿਆਨ ਵੀ ਨਾਲ ਚਾਹੀਦਾ। ਉਹ ਜੇ ਸਾਰਾ ਸੁਖਮਨੀ ਸਾਹਿਬ ਪੜ੍ਹਨ ਤਾਂ ਚੰਗਾ ਨਹੀਂ, ਪਹਿਲੀਆਂ 2 ਅਸ਼ਟਪਦੀਆਂ ਪੜ੍ਹ ਲਓ, ਫਿਰ 2 ਨਹੀਂ 4 ਪੜ੍ਹ ਲਓ, 6 ਪੜ੍ਹ ਲਓ, 8 ਪੜ੍ਹ। ਜਿੱਦਣ ਤੁਸੀਂ ਬਾਣੀ ਸੁਣ ਕੇ ਪੜ੍ਹਨ ਲੱਗ ਪਏ ਨਾ, ਇਹ ਮੇਰਾ ਪ੍ਰੈਕਟੀਕਲ ਹੈ। ਜਦੋਂ ਇਹਨੂੰ ਸੁਣ ਕੇ ਪੜ੍ਹਨ ਲੱਗ ਪਏ, ਮੈਂ ਇੱਕ ਵਾਰ ਸਹਿਜ ਪਾਠ ਸੁਣ ਕੇ ਕਰੀ ਗਿਆ।
ਤੁਸੀਂ ਮੰਨੋਗੇ ਨਹੀਂ, ਮੈਨੂੰ ਕਿਸੇ ਨੇ ਐ ਮੋਢਿਆਂ ਤੋਂ ਦੱਬ ਕੇ ਬਿਠਾਇਆ ਹੋਇਆ ਉੱਥੇ ਘਰ ਦੇ ਥੱਲੇ, ਉਹ ਰੌਲਾ ਪਾ, ਉਹ ਰੋਟੀ ਤਿਆਰ, ਪ੍ਰਸ਼ਾਦਾ ਤਿਆਰ, ਉਹ ਛਕ ਲਓ ਆ ਕੇ। ਉਹ ਮੈਂ ਕਿ ਇਹ ਨਹੀਂ ਛੱਡਦਾ ਮੈਨੂੰ। 4-5 ਰਾਗ ਪੜ੍ਹਤੇ, ਉਹ ਬੰਦ ਹੀ ਨਾ ਹੋਵੇ ਮੇਰਾ ਕੰਮ। ਜੇ ਸੁਣਨ ਵਿੱਚ ਚਿੱਤ ਲਾਓ ਤਾਂ ਬੰਦਾ ਕਹਿੰਦਾ ਆਹ ਤਾਂ ਬਈ ਵਧੀਆ ਖੁਰਾਕ ਮਿਲ ਗਈ। ਕਿਹੜੀ? ਥਾਲ ਵਿੱਚ 3 ਵਸਤੂ ਪਈਓ, सत संतोख विचारो, अमृत नाम ठाकुर का पयो, जिसका सब साधारो, जे को खावे जे को पुंजा तिसका होए उधार। ये वस्त तजी ना जाई, फिर तुसी ताबिया तो नहीं उठना। फिर तुसी कहना मैं हले होर जपजी साहब करो। गुरमुखो जो रस आ जाता है फिर बंदा बंद ही नहीं करता बाणी पढ़नी। ये रस छाड़े, पहला ये रस छाड़े, फिर वो रस आवा आ छाड़ दो। बाणी नूं केवल एक गल मन के जाओ, केवल बाणी नूं सुनन लग जाओ बस। आ तुसी मूल मंत्र मेरे नाल पढ़िया ही सी, मैं तो आराम नाल शुरू कीता सी भी नाल सुनन दा आनंद लवांगे, नाल उहनूं अर्थ विचार करांगे। मैं क्या एक ओंकार, तुसी फटाफट सतनाम करता पुरख मुकाओ जी मुकाओ जी। मैं हले तो बड़ी तेज चलदे आ। क्यों? तुसी ना तो सुनने वाले विचों ना कमाउण वाले विचों। तुसी तो साहो साही हो के 5 वारी पढ़ के मसे ही साह लिया भी लै भी खैड़ा छुट गया। हुण नहीं, एक मूल मंत्र नूं ही 10 मिनट च पढ़ो हौली हौली। एक ओंकार कोई जरूरी नहीं भी एक बार कहना, 2-4 वारी कह दो, फिर सतनाम नूं 3-4 बार कह दो। जदों सवेरे अमृत वेले जपजी साहब शुरू कर दिओ, उदों एक ओंकार का अभ्यास 10 मिनट तक कर लिया करो। कोई जरूरी नहीं भी जपजी साहब छेती छेती हुण पहुंचीए भी अगे, नहीं, वो एक ओंकार का अभ्यास करो। फिर यही सतनाम है। मूल तो एक ओंकार ही है, बस मूल तो ओंकार ही है। वो तां लिखा भी वो केवल इको एक है, अद्वैत स्वरूप है। सारा स्वरूप कथन कर दो, पढ़ी जाओ, अभ्यास करो। तुसी कहोगे साढ़े आ बरकत नहीं है, नहीं आओ नहीं। देखो मैं एक गुरमुख नूं पुछया, मैं कहा केसी इशनान वाला काम है बड़ा औखा यार, सवेरे किहड़ा केसी नहावे रोज। कहता वो गुरमुखा, पुराने समय में सारे गुरसिख केसी भी नहाउंदे सी रोज। कहते हुण हौली हौली हट गए है। अमृत वेले सरना बंदा भी सवेरे सवेरे अमृत वेले इशनान गुरसिख करते सी उदों, ते तुसी भी अमृत वेले इशनान केसी करया करो। करके चौपी साहब दे 25 पाठ कर लो, 25 जपजी साहब, ब्रह्म कवच कर लो। मैं ब्रह्म कवच दे हक च हां वैसे थोड़े लई। दरबार साहब जाओ, कीर्तन सुनो, मन नूं शांति आउंदी है। पर कहंदे भी शांति तां आउंदी है, पर उत्थे जाके समझ नहीं लगी कुछ। जिवें बाहरले देश विच एक गोरा, काफ़ी गोरे जाते सी, एक सिंह उन्होंने गड्डी ते लैके जाता हुंदा सी। 2 घंटे की ड्राइव सी। आस्ट्रेलिया की गल है। वो कहना रस्ते च मैं कथा लाई रखनी, फिर जदों सिमरन आउंदा सीगा वाहिगुरू मंत्र दा, मैं कहते एक बार गोरे नूं पुछया डिस्टर्ब तो नहीं हुंदे भी इस बंद कर दियां? कहते नहीं। कहना मेरी जाचे ये कोई धार्मिक चीज़ है तुहाडी, जिहड़ी जदों ये चलदी है समझ तां नहीं मैनूं पैंदी, पर इहदे विचों जिहड़ी वाइब्रेशन आउंदी मेरे वल नूं, मेरे मन नूं शांति बड़ी दिंदी। बाणी दी समझ लगे ना लगे, पर बाणी दे नाल शांति बड़ी। बाणी दे विच एक वाइब्रेशन भी। आ बल्लभ लगे हुए ने, इन्हां चों गर्मी भी निकलदी। एक चीज़ नाल ये भी दिंदे आपां नूं, पर चानण दी लोड़ आपां नूं। पक्खा चल रहा, इहदे विचों वाइब्रेशन जिहड़ी आउंदी ओह ठंडी आउंदी है, ओह हवा भी नाल दे रहा। हर चीज़ की अपनी वाइब्रेशन। तो इस करके महाराज सच्चे पातशाह कहंदे ने प्रभाव जिदा अर्थ सुन लिए ना, अर्थ जिहड़ी अजकल आम तौर पर संगत सानूं प्रश्न करती है, फोन करती, जां संगत कोई प्रेमी मिलते हैं तुहाडे वर्गे गुरमुख सारे कहते हैं बाणी तो पढ़ते हैं पर मन नहीं टिकता। ये पहली गल तो यह देखो, मन सबर संतोख नाल टिकण दिओ।
ਆਪਣੇ ਕੰਮਕਾਰ ਕਰੀ ਜਾਓ, ਸਹਿਜੇ ਸਹਿਜੇ ਟਿਕਾਉਣ ਦੇ ਯਤਨ ਵੀ ਨਾਲ ਨਾਲ ਕਰਦੇ ਰਹੋ। ਇਹ ਨਹੀਂ ਹੈ ਕਿ ਇਹ ਮਨ ਨੇ ਅੱਜ ਹੀ ਟਿਕ ਜਾਣਾ, 6 ਮਹੀਨੇ ਟਿਕ ਜਾਣਾ, ਨਹੀਂ। ਮੈਨੂੰ 44ਵਾਂ ਸਾਲ ਹੈ ਹੁਣ ਇਸ ਲਾਈਨ 'ਚ। ਮੈਂ ਕਦੇ ਕਾਹਲ ਨਹੀਂ ਕਰਦਾ, ਮੈਂ ਕਹਿੰਦਾ ਕੋਈ ਨਹੀਂ, ਟਿਕ ਜੂਗਾ ਹੌਲੀ ਹੌਲੀ। ਮੇਰੇ ਕੋਲ ਇੱਕ ਚੀਜ਼ ਇਹ ਆ ਵੀ ਮੈਂ ਜਿਹੜਾ ਤੁਹਾਨੂੰ ਕਥਾ ਸੁਣਾਉਣਾ, ਅਰਥ ਸੁਣਾਉਣਾ, ਤੁਹਾਡੀਆਂ ਜਿਹੜੀਆਂ ਅਸੀਸਾਂ ਮਿਲਦੀਆਂ ਮੈਨੂੰ, ਮੇਰੇ ਲਈ ਇਹ ਬਹੁਤ ਵੱਡੀ ਚੀਜ਼ ਹੈ। ਜੇ ਮੈਂ ਲਗਭਗ 50 ਸਾਲ ਵੀ ਬੰਦਗੀ ਕਰਦਾ ਤਾਂ ਆਹ ਚੀਜ਼ ਨਹੀਂ ਸੀ ਮਿਲਣੀ ਜੋ ਤੁਸੀਂ ਹੁਣ ਦੇ ਰਹੇ ਹੋ ਮੈਨੂੰ। ਤੁਹਾਡੀਆਂ ਜਿਹੜੀਆਂ ਆਸ਼ੀਰਵਾਦ ਮਿਲਦੀਆਂ, ਦੇਹੋ ਸੱਜਣ ਅਸੀਸੜੀਆਂ ਜਾਂ ਹੋਵੇ ਸਾਹਿਬ ਸੋ ਮੇਲ। ਸਾਧ ਸੰਗਤ ਜਿਹੜਾ ਮਨ ਦਾ ਟਿਕਣਾ, ਇੱਕ ਤੇ ਇਹਦੇ ਵਿੱਚ ਕਾਹਲ ਨਾ ਕਰੋ, ਇੱਕ ਸਹਿਜ ਰੱਖੋ, ਇੱਕ ਟੀਚਾ ਰੱਖੋ। ਜਿਵੇਂ ਅੱਜ ਪਹਿਲੇ ਦਿਨ ਬੱਚਾ ਸਕੂਲ 'ਚ ਪਾਇਆ, ਆਪਾਂ ਕਹਿੰਦੇ ਇਹਨੂੰ ਮੈਂ PhD ਕਰਾਉਣੀ ਆ, ਫਿਰ 16 ਸਾਲ MA ਦੇ 2 ਸਾਲ, 18 ਸਾਲ ਵੇਟ ਕਰਨੀ ਪੈਣੀ, 12 ਸਾਲ +2 ਦੇ, ਜੇ ਡਾਕਟਰ ਬਣਾਉਣਾ 6 ਸਾਲ ਅੱਗੇ ਡਾਕਟਰੀ ਦੇ, 12 6 18 ਸਾਲ ਤੱਕ ਉਹ ਬੱਚਾ ਪੜ੍ਹਦਾ ਹੀ ਰਹਿੰਦਾ। ਆਪਾਂ ਸਬਰ ਨਾਲ ਸਕੂਲ ਛੱਡ, ਤੇ ਕਿੰਨਾ ਸਬਰ ਹੁੰਦਾ, ਛੱਡੋ ਲਿਆਓ, ਛੱਡੋ ਲਿਆਓ, ਰੋਜ਼ ਕਰਨਾ। ਫਿਰ ਟਿਊਸ਼ਨ ਤੇ ਛੱਡਣ ਜਾਓ, ਫਿਰ ਲੈ ਕੇ ਆਓ, ਫਿਰ ਮਾਤਾ ਉਹਨਾਂ ਦੀ ਸੇਵਾ ਕਰਦੀ। 18 ਸਾਲਾਂ ਬਾਅਦ ਇੰਨੀ ਪੜ੍ਹਾਈ ਕਰਨ ਦੇ ਨਾਲ ਨਾਲ 18 ਤੇ ਇਹ ਵੱਖਰੇ ਆ, ਪੜ੍ਹਨ ਕਿੰਨੀ ਉਮਰ 'ਚ ਲੱਗਿਆ ਸੀ ਬੱਚਾ? ਪਹਿਲਾਂ 6 ਸਾਲ ਦਾ ਬੱਚਾ ਲੱਗਦਾ, 18 ਤੇ 6 24 ਸਾਲ। ਇੱਕ ਆਮ ਡਾਕਟਰ 23 24 ਸਾਲ ਦਾ ਜਾ ਕੇ ਬਣਦਾ। ਸਬਰ ਤੇ ਮਿਹਨਤ ਤੇ ਸੰਤੋਖ ਜਿਹੜਾ ਹੈ, ਇਹ ਮਨ ਦੀ ਇਕਾਗਰਤਾ ਵਿੱਚ ਸਹਾਇਕ ਹੁੰਦਾ। ਹੁਣ ਸਤਿਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ, ਮਨ ਦੀ ਇਕਾਗਰਤਾ ਨਹੀਂ ਹੁੰਦੀ, ਟਿਕਾਓ ਨਹੀਂ ਬਣਦਾ, ਮਨ ਟਿਕਦਾ ਨਹੀਂ ਹੈ। ਜਦੋਂ ਪਾਠ ਕਰਦੇ ਹਾਂ ਦੌੜਦਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਦੇਖੋ ਇੱਕ ਤਰੀਕਾ ਹੁੰਦਾ, ਸਿਆਣੇ ਬੰਦੇ ਸਮਝੋ ਇਸ ਗੱਲ ਨੂੰ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਪਾਣੀ ਤੇ ਮਿੱਟੀ ਨੂੰ ਰਲਾ ਕੇ ਹੀ ਘੜਾ ਬਣਦਾ, ਤੇ ਘੜੇ ਦੇ ਵਿੱਚ ਹੀ ਪਾਣੀ ਬੰਨ੍ਹ ਕੇ ਰੱਖਿਆ ਜਾ ਸਕਦਾ। ਗਿਆਨ ਕਾ ਬੱਧਾ ਮਨ ਰਹਿ। ਜੇ ਤੁਸੀਂ ਗੁਰਬਾਣੀ ਨੂੰ ਪੜ੍ਹੋਗੇ, ਨਾਲ ਨਾਲ ਸੁਣੋਗੇ, ਤਾਂ ਅਰਥਾਂ ਵਿੱਚ ਮਨ ਟਿਕਦਾ। ਗੁਰ ਬਿਨ ਗਿਆਨ ਨਾ ਹੋਏ। ਇਹੀ ਗੁਰ ਹੈ ਇਹਦੇ 'ਚ। ਕਿਹੜਾ ਗੁਰ ਹੈ? ਮਹਾਰਾਜ ਜੀ ਕਹਿੰਦੇ, ਸੁਣਿਆ ਲਾਗੈ ਸਹਿਜ ਧਿਆਨ। ਤੁਸੀਂ ਸਾਰੇ ਕਹਿੰਦੇ ਹੋ ਬਾਣੀ ਪੜ੍ਹਦੇ ਆ, ਮਨ ਨਹੀਂ ਟਿਕਦਾ। ਸਾਰੇ ਹੀਰੇ ਮੋਤੀ ਗੁਰਬਾਣੀ ਦੇ ਅੰਦਰ ਹੀ ਪਏ ਆ, ਸਾਰੇ ਤੁਹਾਡੇ ਜਵਾਬ ਬਾਣੀ ਦੇ ਵਿੱਚ ਹੀ ਆ। ਸਹਿਜ ਧਿਆਨ ਕਿਵੇਂ ਲੱਗਣਾ? ਜਿਹੜਾ ਹੈ ਸੁਣਨਾ ਹੈ ਬਸ। ਇਸ ਕਰਕੇ ਮਨ ਦੀ ਇਕਾਗਰਤਾ ਕਿਵੇਂ ਹੁੰਦੀ ਹੈ? ਸੁਣਨ ਦੇ ਨਾਲ, ਬਾਣੀ ਦੇ ਅਰਥਾਂ ਦੀ ਵਿਚਾਰ ਕਰਨ ਦੇ ਨਾਲ। ਇਹਦੇ ਲਈ ਜਿਹੜੀ ਪਹਿਲੀ ਕਲਾਸ ਹੈ, ਅਰਥਾਂ ਦੀ ਵਿਚਾਰ ਕਿਵੇਂ ਕਰਨੀ ਹੈ, ਇਹ ਕਥਾ ਹੈ ਬਸ। ਕਥਾ 2 ਅੱਖਰਾਂ ਤੋਂ ਮਿਲ ਕੇ ਬਣੀ ਹੈ। ਪਹਿਲਾ ਅੱਖਰ ਦੀ ਉਤਪਤੀ ਵਿਉਤਪਤੀ ਦੇਖੀ ਜਾਂਦੀ ਕਿਵੇਂ ਹੋਈ ਹੈ। ਇਹ ਮੈਂ ਕਈ ਵਾਰ ਸੁਣਾਇਆ, ਅੱਜ ਸਟੇਜ ਨਵੀਂ ਹੈ। ਇਹ ਪਿੰਡ ਮੱਲੂਵਾਲ, ਡਿਸਟ੍ਰਿਕਟ ਅੰਮ੍ਰਿਤਸਰ, ਜਿੱਥੇ 5ਵੇਂ ਪਾਤਸ਼ਾਹ ਨੇ ਚਰਨ ਪਾਏ ਨੇ। ਆਉਣਗੇ ਲਿੱਲੇ, ਜਾਣਗੇ ਗਿੱਲੇ। ਇੱਥੇ ਜੇ ਬਾਹਰ ਹੋਏ ਵੇ ਨੇ। ਸਕੇਤ ਮੰਡੀ ਵਾਲੇ ਰਾਜੇ ਦਾ ਜਿਹੜਾ ਸੁਪਨੇ ਵਿੱਚ ਰਾਜੇ ਨੇ ਪੀਲੂ ਖਾਦੇ, ਸਵੇਰੇ ਦਾਤਨ ਕੀਤੀ, ਵਿੱਚੋਂ ਪੀਲੂ ਨਿਕਲੇ, ਇੱਥੇ ਹੀ ਲੈ ਕੇ ਆਏ ਸੀ। ਆਹ ਪਿੰਡ ਠਹਿਰੇ ਸੀ ਜਰਾ, ਰਾਜਾ ਘੋੜੇ ਤੇ ਅੱਗੇ ਚਲਿਆ ਗਿਆ ਸੀ। ਇੱਥੇ ਹੀ ਕੌਤਕ ਹੋਇਆ ਸਰ। ਮੈਂ ਤਾਂ ਦੱਸਿਆ ਕਿਉਂਕਿ ਆਪਣੀ ਕਥਾ ਸਾਰੇ ਵਰਲਡ 'ਚ ਲਾਈਵ ਜਾ ਰਹੀ ਹੈ ਇਸ ਵਕਤ। ਸੰਗਤ ਨੂੰ ਕੀ ਪਤਾ ਇਹ ਕਿੱਥੇ ਕਥਾ ਹੋ ਰਹੀ ਹੈ, ਨਾਲੇ ਪਿੰਡ ਦਾ ਇਤਿਹਾਸ ਆ ਗਿਆ ਆਪਣੇ ਕੋਲੇ। ਇਸ ਕਰਕੇ ਜਿਹੜਾ ਹੈ ਗਿਆਨ ਹੈ। ਗਿਆਨ ਕੀ ਚੀਜ਼ ਹੈ? ਪਹਿਲਾਂ ਸਟਾਰਟਿੰਗ ਕਿੱਥੋਂ ਲੈਣੀ ਹੈ? ਕਥਾ ਤੋਂ ਲੈਣੀ ਹੈ। ਪਹਿਲਾਂ ਸਭ ਤੋਂ, ਉਸ ਤੋਂ ਪਹਿਲਾਂ ਦੀ ਸਟਾਰਟਿੰਗ। ਹੁਣ ਆਪਾਂ ਪਹਿਲੀ ਵਾਰ ਜਦੋਂ ਸਕੂਲ ਗਏ ਸੀ, ਆਪਾਂ ਸਾਰੇ ਪੜ੍ਹੇ ਆ। ਪਹਿਲੇ ਦਿਨ ਨਹੀਂ ਸੀ ਕਿਤਾਬ ਦੇਤੀ, ਪਹਿਲੇ ਦਿਨ ਮਿਲਿਆ ਸੀ ਆਪਾਂ ਨੂੰ ਕਾਇਦਾ।
ਕਾਇਦਾ ਕਾਨੂੰਨ, ਕਹਿੰਦੇ ਕਾਇਦਾ ਕਾਨੂੰਨ, ਇਹ ਕਾਇਦਾ ਮਿਲਿਆ ਸੀ ਪਹਿਲਾਂ। ਊੜਾ ਐੜਾ ਈੜੀ ਸੱਸਾ ਸਾਰੇ 35 ਅੱਖਰ। ਕਹਿੰਦੇ ਪੰਜਾਬੀ ਦੀ ਜਿਹੜੀ ਮੁਹਾਰਨੀ ਹੈ ਸੰਪੂਰਨ ਹੈ। ਕਿਵੇਂ ਜੀ? ਕਹਿੰਦੇ ਊ ਅਖੀਰਲਾ ਅੱਖਰ ਕੀ ਆ? ਅੜਾੜਾ। ਊ ਅੜਾ 35 ਅੱਖਰ ਤਾਂ ਊੜੇ 'ਚ ਹੀ ਪੂਰੀ ਹੋ ਜਾਂਦੀ ਹੈ। ਊ ਅੜਾ। ਇਸ ਕਰਕੇ ਇਹ ਜਿਹੜਾ ਸਾਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਨਾ ਊੜੇ ਨੂੰ ਲੱਗਿਆ, ਨਾ ਐੜੇ ਨੂੰ ਕੁਛ, ਨਾ ਈੜੀ ਨੂੰ। ਪਰ ਉਸ ਤੋਂ ਬਾਅਦ ਫਿਰ ਊੜਾ ਊਠ ਦਲੈਂਕੜੇ ਲੱਗ ਗਏ। ਈੜਾ ਈੜੀ ਇੱਕ ਬੜਾ ਕੁਛ ਹੈ। ਇਹ ਹੁਣ ਅੱਖਰਾਂ ਨੂੰ ਸਿਹਾਰੀਆਂ ਬਿਹਾਰੀਆਂ ਦਲੈਂਕੜ ਔਂਕੜ ਸਾਰੇ ਅਸੀਂ ਸਿੱਖੇ। ਮਤਾ ਆਖੋ ਵੀ ਮੈਂ ਐਮਏ ਕਰ ਗਿਆ, ਮੈਂ ਇੰਨਾ ਪੜ੍ਹ ਗਿਆ, ਨਹੀਂ। ਪਹਿਲਾਂ ਤਾਂ ਸਾਰਿਆਂ ਨਾਲੋਂ ਅੱਖਰ ਸਿੱਖੇ, ਫਿਰ ਅਸੀਂ ਮੁਹਾਰਨੀ ਸਿੱਖੀ, ਫਿਰ ਅਸੀਂ 2 ਅੱਖਰ ਜੋੜ ਕੇ ਸਿੱਖੇ। ਆੜਾ ਖੱਖਾ ਅੱਖ, 2 ਅੱਖਰ ਜੋੜੇ, ਫਿਰ 3 ਅੱਖਰ ਜੋੜੇ, ਫਿਰ 4 ਅੱਖਰ ਜੋੜੇ। 1 ਸਾਲ ਤਾਂ ਉਹ ਕੱਚੀ ਪਹਿਲੀ 'ਚ ਲੱਗ ਗਿਆ, ਫਿਰ ਪੱਕੀ ਪਹਿਲੀ 'ਚ ਲੱਗ ਗਿਆ। 2 ਸਾਲਾਂ ਵਿੱਚ ਸਾਨੂੰ ਸਿਰਫ ਊੜਾ ਐੜਾ ਤੇ ਮੁਹਾਰਨੀ ਦਾ ਗਿਆਨ ਹੋਇਆ।